श्री वाहिगुरु साहिब जी। सूही महला पंजवा। गुर अपने ऊपर बल जाइया, आठ पहर हर हर जस गाइया। गुर अपने ऊपर बल जाइया, आठ पहर हर हर जस गाइया। सिमरो सो प्रभ अपना स्वामी, सगल कटा का अंतर जामी रहाऊ। चरण कमल स्यों लागी प्रीत, साची पूरन निर्मल रीत। संत प्रसाद वसै मन माही, जन्म जन्म के किल विख जाही। कर कृपा प्रभ दीन दयाला, नानक मांग संत रवाला। कर कृपा प्रभ दीन दयाला, नानक मांग संत रवाला। वाहिगुरु जी का खालसा, वाहिगुरु जी की फतेह। धन धन गुरुदेव जिस संग हर जपे, गुर कृपाल जपै ताप गुण सब छपे। ऐसे करण कारण दीन दयाल भगत बछला नाथ नाथ जगत गुरु सतगुरु श्री गुरु ग्रंथ साहिब जी महाराज जी दे पावन पवित्र चरण कमलों च तिलक ते जंजू दे राखे साहिब नौवें पातशाह श्री गुरु तेग बहादुर साहिब जी दे पवित्र पावन चरण छो प्राप्त इतिहासक स्थान ते अमृत वेले तो हाजरियां भर के आप समूह माई भाई अपने जीवन दियां घड़ियां गुरु लेखे ला के सफला कर रहे। सतगुरां दी पावन तुरकी बाणी दे श्री आसा जी दी वार दे शब्द कीर्तन आप जी ने सरवण कीते हन। साहिब जी वालों बख्शिश किए गए पावन श्री मुखवाक भाई साहब जी की रसना तो आप जी ने हुणे हुणे सरवण किए हैं। कुछ समय लई अपनियां सुरतियां बिरतियां नूं पंचम पातशाह शहीदां दे सरताज बाणी दे रचनहार सतगुरु धन धन श्री गुरु अर्जन देव साहिब जी दे पवित्र चरनां नाल जोड़िए। एकाग्रता बनाओ। गुरु पातशाह दे पवित्र चरनां विच अपनियां हाजरियां लवाउंदे होया अपनी रसना नूं पवित्र करो ते आखो जी सतनाम वाहिगुरु साहिब जी। सतनाम श्री वाहे सूही महला पंजवा। गुर अपने ऊपर बल जाइया। सोही राग है पंचम पातशाह धन धन श्री गुरु अर्जन देव साहिब जी
ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਹਨ। ਆਪਣੇ ਗੁਰੂ ਤੋਂ ਬਲਿਹਾਰ ਜਾਈਏ। ਬਲਿਹਾਰ ਕਿਸ ਤੋਂ ਜਾਇਆ ਜਾਂਦਾ ਹੈ? ਜਿਸ ਦੇ ਅਸਚਰਜ ਕੌਤਕ ਵੇਖ ਕੇ, ਅਸਚਰਜ ਖੇਡ ਵੇਖ ਕੇ, ਅਸਚਰਜ ਕਲਾ ਨੂੰ ਵੇਖ ਕੇ ਸਾਡੀ ਸੁਰਤੀ ਦਾ ਬਲ, ਬੁੱਧੀ ਦਾ ਬਲ ਹਾਰ ਜਾਵੇ। ਜਿੱਥੇ ਸਾਡੀ ਬੁੱਧੀ ਕੰਮ ਨਾ ਕਰੇ, ਸਾਡੀ ਸਮਝ ਤੋਂ ਪਰੇ ਦਾ ਦਾਇਰਾ ਹੋਵੇ, ਉੱਥੇ ਆਪਾਂ ਕਹਿੰਦੇ ਆ ਬਲਿਹਾਰ। ਸਤਿਗੁਰੂ ਜੀ ਦੀ ਜੋ ਅਸਚਰਜ ਉਪਮਾ ਹੈ, ਵਿਸਮਾਦਮਈ ਖੇਡ ਹੈ, ਉੱਥੇ ਸਾਡੀ ਬੁੱਧੀ ਦਾ ਬਲ ਹਾਰ ਜਾਂਦਾ, ਉਹਨੂੰ ਸਮਝਣ ਵਿੱਚ ਅਸਮਰੱਥ ਹੋ ਜਾਂਦੀ ਹੈ ਬੁੱਧੀ। ਅਸੀਂ ਕੇਵਲ ਉਹਨਾਂ ਕੀ ਜਾਣਦੇ ਹਾਂ ਜਿੰਨਾ ਕੁ ਸਤਿਗੁਰੂ ਜੀ ਜਣਾਉਂਦੇ ਆ, ਉਸ ਤੋਂ ਵੱਧ ਨਹੀਂ। ਪੀਰ ਨੇ ਗੁਰੂ ਨਾਨਕ ਸਾਹਿਬ ਨੂੰ ਇਹੀ ਸਵਾਲ ਕੀਤਾ ਸੀ ਵੀ ਜਾਂ ਤਾਂ ਹਜ਼ਰਤ ਮੁਹੰਮਦ ਸਾਹਿਬ ਸੱਚ ਕਹਿ ਗਏ ਨੇ ਜਾਂ ਤੁਸੀਂ ਸੱਚ ਕਹਿੰਦੇ ਹੋ। ਦੋਨਾਂ ਵਿੱਚੋਂ ਇੱਕ ਨੂੰ ਤਾਂ ਝੂਠ ਕਹਿਣਾ ਹੀ ਪਵੇਗਾ ਨਾ ਵੀ ਇਹ ਝੂਠ ਹੈ। ਤੁਸੀਂ ਲੱਖਾਂ ਪਤਾਲ, ਲੱਖਾਂ ਆਕਾਸ਼ਾਂ ਦੀ ਗੱਲ ਕਰਦੇ ਹੋ, 7 ਪਤਾਲ 7 ਆਕਾਸ਼ਾਂ ਦੀ ਗੱਲ ਕਰਦੇ ਨੇ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਪੀਰ ਜੀ, ਜਿੰਨਾ ਕੁ ਉਹਨਾਂ ਨੂੰ ਪਰਮੇਸ਼ਰ ਨੇ ਜਣਾਇਆ ਉਹਨਾਂ ਨੇ ਉਹਨਾਂ ਕੁ ਵਰਣਨ ਕਰ ਦਿੱਤਾ, ਜਿੰਨਾ ਕੁ ਸਾਨੂੰ ਜਣਾਇਆ ਉਹਨਾਂ ਕੁ ਅਸੀਂ ਵਰਣਨ ਕਰ ਦਿੱਤਾ। ਸੱਚੇ ਉਹ ਵੀ ਨੇ ਤੇ ਸੱਚੇ ਅਸੀਂ ਵੀ। ਜਿੰਨੀ ਕਿ ਸਾਡੀ ਬੁੱਧੀ ਦੇ ਮੰਡਲ ਦੇ ਵਿੱਚ ਸਾਡੀ ਪਕੜ ਬਣਦੀ ਹੈ, ਅਸੀਂ ਉਹਨਾਂ ਕੀ ਸਮਝ ਸਕਦੇ। ਸਮਾਜਿਕ ਤੌਰ ਤੇ ਵੀ ਬਹੁਤ ਸਾਰਾ ਕੁਝ ਐਸਾ ਘਟਦਾ ਹੈ, ਜਿੰਨੀ ਕਿ ਸਾਡੀ ਬੁੱਧੀ ਪਕੜ ਵਿੱਚ ਉਸ ਚੀਜ਼ ਨੂੰ ਸਮਝਦੀ ਹੈ ਉਹਨਾਂ ਕੁ ਅਸੀਂ ਸਮਝਦੇ ਹਾਂ। ਕਿਸੇ ਦੂਸਰੇ ਨਾਲ ਦੇ ਸਾਥੀ ਦੀ ਬੁੱਧੀ ਜ਼ਿਆਦਾ ਪਕੜ ਕਰਦੀ ਹੈ, ਉਹ ਜ਼ਿਆਦਾ ਸਮਝ ਲੈਂਦਾ। ਤੋ ਗੁਰੂ ਪਾਤਸ਼ਾਹ ਦੇ ਜਿਹੜੇ ਅਸਚਰਜ ਬਿਸਮਾਦੀ ਚੋਜ ਨੇ, ਮਹਾਰਾਜ ਜੀ ਦੀ ਗਤ ਬਿਤ ਹੈ, ਉਹ ਅਸੀਂ ਪੂਰਨ ਰੂਪ 'ਚ ਨਹੀਂ ਜਾਣ ਸਕਦੇ। ਜਿੰਨੀ ਕੁ ਗੁਰੂ ਪਾਤਸ਼ਾਹ ਕਿਸੇ ਨੂੰ ਜਣਾਉਂਦੇ ਆ, ਉਨੀ ਕੋ ਜਾਣ ਲੈਂਦਾ। ਇਸ ਕਰਕੇ ਆਪਣੇ ਸਤਿਗੁਰਾਂ ਦੇ ਸਨਮੁਖ ਸਿੱਖ ਹਾਜ਼ਰ ਹੋ ਕੇ ਕਹਿੰਦਾ, ਇਹ ਸਤਿਗੁਰੂ ਜੀ, ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ, ਤੁਹਾਡੇ ਤੋਂ ਵਾਰੇ ਵਾਰੇ ਜਾਂਦਾ ਹਾਂ। ਵਾਰੀ ਵੰਝਾਂ ਘੋਲੀ ਵੰਝਾਂ, ਤੂੰ ਪਰਬਤ ਮੇਰਾ ਓਲਾ ਰਾਮ। ਮਹਾਰਾਜ ਤੁਹਾਡੇ ਤੋਂ ਵਾਰੇ ਜਾਈਏ, ਤੁਹਾਡੇ ਤੋਂ ਬਲਿਹਾਰ ਜਾਈਏ, ਤੁਹਾਡੇ ਤੋਂ ਕੁਰਬਾਨ ਜਾਈਏ। ਇੱਕ ਵਾਰ ਨਹੀਂ ਲੱਖਾਂ ਵੇਰ, ਕਰੋੜਾਂ ਵੇਰ ਤੁਹਾਡੇ ਤੋਂ ਬਲਿਹਾਰ ਜਾਈਏ। ਇਹ ਸਤਿਗੁਰੂ ਜੀ, ਤੁਹਾਡੇ ਤੋਂ ਬਲਿਹਾਰ ਜਾਈਏ। ਪੰਚਮ ਪਾਤਸ਼ਾਹ ਕਹਿੰਦੇ, ਮੈਂ ਆਪਣੇ ਗੁਰੂ ਤੋਂ ਬਲ ਬਲ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। 8 ਪਹਿਰ ਹਰ ਹਰ ਜਸ ਗਈਐ, ਔਰ 8 ਪੈਰ ਨਿਰੰਤਰ ਇੱਕ ਰਸ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੈਂ ਜਸ ਗਾਇਨ ਕਰਦਾ। 8 ਪੈਰ ਨਿਰੰਤਰ ਇੱਕ ਰਸ। 8 ਪੈਰ ਦਾ ਮਤਲਬ ਕਿ ਕੋਈ ਵੀ ਸਵਾਸ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਮਰਤੀ ਔਰ ਉਹਦੀ ਯਾਦ ਤੋਂ ਬਿਨਾਂ ਬਤੀਤ ਨਾ ਹੋਵੇ, ਉਹਨੂੰ ਕਹਿੰਦੇ 8 ਪੈਰ ਨਿਰੰਤਰ ਚਿੰਤਨ। ਮਹਾਪੁਰਸ਼ ਕਹਿੰਦੇ ਆ ਵੀ ਲਿਵਤਾਰ, ਤੇਲ ਦੀ ਧਾਰਾਵਤ। ਜਿਵੇਂ ਇੱਕ ਬਰਤਨ ਚੋਂ ਦੂਸਰੇ ਬਰਤਨ 'ਚ ਤੇਲ ਪਾਈਏ ਤੇ ਉਹਦੀ ਧਾਰ ਵੇਖਿਓ ਬੜੀ ਬਜਵੀਂ ਹੁੰਦੀ ਹੈ, ਉਹਦੇ 'ਚ ਪਾੜਾ ਨਹੀਂ ਹੁੰਦਾ। ਤੇਲ ਦੀ ਧਾਰਾਵਤ ਨਿਰੰਕਾਰ ਦੇ ਸਿਮਰਨ ਵਿੱਚ ਵਾਹਿਗੁਰੂ ਦੇ ਚਿੰਤਨ 'ਚ ਸੁਰਤ ਦਾ ਜੁੜ ਜਾਣਾ, ਇਹਨੂੰ ਕਹਿੰਦੇ 8 ਪੈਰ ਦਾ ਚਿੰਤਨ। ਜਦੋਂ ਕੋਈ ਪਾੜਾ ਨਾ ਪਵੇ। ਕੋਈ ਆਖੇ ਕਿ ਸੁੱਤੇ ਪਿਆ ਜਦੋਂ ਕੋਈ ਸੌਂ ਜਾਂਦਾ ਹੈ, ਫਿਰ ਕਿਵੇਂ ਚਿੰਤਨ ਹੁੰਦਾ?
ਗੁਰਮੁਖ ਦਾ ਸਵਣਾ ਵੀ ਸਹਿਜੇ ਹੁੰਦਾ ਹੈ। ਉਹ ਜੇ ਸੁੱਤਾ ਵੀ ਪਿਆ ਤੇ ਤਦੇ ਵੀ ਉਸ ਦੇ ਅੰਦਰ ਇਹੀ ਗਿਆਨ ਹੈ ਕਿ ਮੈਂ ਇਸ ਸੁਖੋਪਤੀ ਅਵਸਥਾ ਦਾ ਅਭਿਮਾਨੀ, ਸਾਖੀ, ਇਸ ਨੂੰ ਜਾਣਨ ਵਾਲਾ, ਇਸ ਤੋਂ ਵੱਖਰਾ ਹਾਂ। ਇਸ ਨੂੰ ਜਾਣਨ ਵਾਲਾ, ਇਸ ਤੋਂ ਵੱਖਰਾ, ਨਿਰਾਲਾ ਹਾਂ। ਕਦੇ ਅਸੀਂ ਸੁਪਨਾ ਵੇਖਦੇ ਹਾਂ ਤੇ ਸੁਪਨੇ ਦੇ ਵਹਿਣ ਵਿੱਚ ਅਸੀਂ ਇਸੇ ਤਰ੍ਹਾਂ ਬਹਿ ਜਾਂਦੇ। ਸੁਪਨਾ ਵੇਖਦੇ ਹਾਂ, ਸਾਨੂੰ ਨਹੀਂ ਪਤਾ ਕਿ ਅਸੀਂ ਸੁਪਨਾ ਵੇਖ ਰਹੇ ਹਾਂ। ਪਰ ਇੱਕ ਪ੍ਰਕਾਰ ਦਾ ਇਹ ਅਭਿਆਸ ਕੁਝ ਸਾਧਕ ਕਰਦੇ ਨੇ ਕਿ ਸੁਪਨਾ ਜਿਸ ਵੇਲੇ ਵੇਖਣ ਲੱਗਦੇ ਨੇ, ਸੁਪਨਾ ਆ ਰਿਹਾ ਹੁੰਦਾ, ਉਸ ਵੇਲੇ ਉਹ ਚਿੰਤਨ ਕਰਦੇ ਨੇ ਕਿ ਮੈਂ ਸੁਪਨਾ ਵੇਖ ਰਿਹਾ, ਸੁਪਨੇ ਦਾ ਦ੍ਰਿਸ਼ਟਾ ਹਾਂ। ਮੈਂ ਸੁਪਨੇ ਦੇ ਵਿੱਚ ਨਹੀਂ ਹਾਂ, ਸੁਪਨੇ ਨੂੰ ਵੇਖਣ ਵਾਲਾ। ਉਰੇ ਅਭਿਆਸ ਕਈ ਵਾਰ ਇਤਨਾ ਜ਼ਿਆਦਾ ਪੱਕ ਜਾਂਦਾ, ਪਰਪੱਕ ਹੋ ਜਾਂਦਾ ਕਿ ਅਭਿਆਸ ਕਰਦਿਆਂ ਕਰਦਿਆਂ ਜਦੋਂ ਕੋਈ ਸੁਪਨੇ ਦੇ ਵਹਿਣ ਵਿੱਚ ਬਹਿਣ ਦੀ ਬਜਾਏ ਉਹਦਾ ਦ੍ਰਿਸ਼ਟਾ ਬਣ ਜਾਂਦਾ, ਇੱਕ ਪ੍ਰਕਾਰ ਦਾ ਇਹ ਵੀ ਅਭਿਆਸ ਹੈ, ਤਾਂ ਫਿਰ ਉਸ ਸੁਪਨੇ ਦਾ ਉਹ ਸਾਖੀ ਹੋ ਜਾਂਦਾ, ਨਿਰਾਲਾ ਹੋ ਜਾਂਦਾ। ਇਸੇ ਤਰ੍ਹਾਂ ਸੁਖੋਪਤੀ ਵਿੱਚ ਵੀ ਗਿਆਨ ਦੀ ਅਵਸਥਾ ਵਿੱਚ ਪਹੁੰਚਿਆ ਗੁਰਮੁਖ ਜਨ ਉਹਦਾ ਵੀ ਸਾਖੀ ਬਣ ਜਾਂਦਾ, ਉਸ ਨੂੰ ਵੇਖਣ ਵਾਲਾ, ਉਹਦਾ ਦ੍ਰਿਸ਼ਟਾ ਬਣ ਜਾਂਦਾ, ਉਹਦੇ ਵਹਿਣ ਵਿੱਚ ਨਹੀਂ ਵਹਿੰਦਾ। ਤੋ ਫਿਰ ਉਹ ਅੱਠੇ ਪੈਰ ਨਿਰੰਤਰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦਾ। ਤੋ ਮਹਾਰਾਜ ਜੀ ਕਹਿ ਰਹੇ ਨੇ, ਅੱਠੇ ਪੈਰ ਮੈਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਉਂਦਾ ਹਾਂ। ਹੇ ਭਾਈ, ਤੁਸੀਂ ਅੱਠੇ ਪੈਰ ਨਿਰੰਤਰ ਅਕਾਲ ਪੁਰਖ ਪਰਮੇਸ਼ਰ ਦਾ ਜਸ ਗਾਓ। ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਮੈਂ ਆਪਣੇ ਸੁਆਮੀ ਨੂੰ, ਜਿਹੜਾ ਸਾਰੇ ਜਗਤ ਦਾ ਪ੍ਰਭੂ ਹੈ, ਸਾਰੇ ਜਗਤ ਦਾ ਮਾਲਕ ਹੈ, ਤਰਲੋਕੀ ਨਾਥ ਹੈ, ਪਾਰ ਬ੍ਰਹਮ ਪਰਮੇਸ਼ਰ, ਉਸ ਨੂੰ ਸਿਮਰਦਾ ਹਾਂ। ਇਹ ਭਾਈ, ਉਸ ਪ੍ਰਭੂ ਨੂੰ ਸਿਮਰੋ, ਉਸ ਨਿਰੰਕਾਰ ਨੂੰ ਸਿਮਰੋ ਜੋ ਸਾਰੇ ਜਗਤ ਦਾ ਸੁਆਮੀ, ਸਾਡਾ ਆਪਣਾ ਹੈ, ਸਾਡਾ ਆਪਣਾ। ਪਰਮੇਸ਼ਰ ਨੂੰ ਆਪਣਾ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਬੇਗਾਨਾ ਵੀ ਹੋਵੇਗਾ। ਜੋ ਅਸੀਂ ਆਪਣਾ ਬਣਾਇਆ ਹੋਇਆ ਵਾਸਤਵਿਕ ਰੂਪ ਵਿੱਚ ਉਹ ਸਭ ਬੇਗਾਨੇ ਨੇ। ਉਹਨਾਂ ਨਾਲ ਕੇਵਲ ਪਰਾਲਬਧ ਦਾ ਸੰਬੰਧ ਜੁੜਿਆ ਹੋਇਆ ਹੈ। ਬਹੁਤ ਪੁਰਾਤਨ ਗ੍ਰੰਥ ਹੈ ਪ੍ਰੇਮ ਸੁਮਾਰਗ। ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਵਣ ਤੋਂ ਤਕਰੀਬਨ 1.5 ਦਹਾਕਾ ਬਾਅਦ ਵਿੱਚ ਉਹ ਲਿਖਿਆ ਗਿਆ। ਮਰਿਆਦਾ ਰਹਿਤ ਬੜੇ ਬੜੇ ਪਿਆਰੇ ਬਚਨ ਉਸ ਗ੍ਰੰਥ ਵਿੱਚ ਲਿਖੇ ਹੋਏ। ਮੰਨਣਾ ਹੈ ਕਿ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਸੰਗਤ ਕਰਨ ਵਾਲੇ ਕਿਸੇ ਗੁਰਮੁਖ ਨੇ ਉਹ ਗ੍ਰੰਥ ਲਿਖਿਆ। ਭਾਈ ਮਨੀ ਸਿੰਘ ਜੀ ਨੇ ਬਹੁਤ ਭਾਰੀ ਸਾਹਿਤ ਰਚਿਆ, ਆਪ ਵੀ ਬਹੁਤ ਗ੍ਰੰਥ ਲਿਖੇ, ਸਿੱਖਾਂ ਦੀ ਭਗਤਮਾਲਾ ਲਿਖੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਲਿਖੀ ਹੈ, ਤਾਂ ਅੱਗੇ ਲਿਖਵਾਇਆ ਵੀ। ਕੋਇਰ ਸਿੰਘ ਨੇ ਜੋ ਸ੍ਰੀ ਗੁਰੂ ਸੋਭਾ ਗ੍ਰੰਥ ਲਿਖਿਆ, ਉਹ ਕੋਇਰ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸ਼ਿਸ਼ ਸੀ। ਪੁਰਾਤਨ ਗ੍ਰੰਥ ਕਲਗੀਧਰ ਦੇ ਸੰਪੂਰਨ ਇਤਿਹਾਸ ਦਾ ਗੁਰੂ ਸੋਭਾ ਤੋਂ ਬਾਅਦ ਗੁਰਬਿਲਾਸ ਪਾਤਸ਼ਾਹੀ 10ਵੀਂ ਕੋਇਰ ਸਿੰਘ। ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਜਿਹੜਾ ਕਰਤਾ ਭਗਤ ਸਿੰਘ, ਉਹ ਵੀ ਭਾਈ ਮਨੀ ਸਿੰਘ ਦਾ ਸੇਵਕ ਸੀ। ਤੋ ਪ੍ਰੇਮ ਸਮਾਰਗ ਵਿੱਚ ਉਹ ਲਿਖਦੇ ਬੜਾ ਸੋਹਣਾ ਬਚਨ, ਕਹਿੰਦੇ ਘਰ ਵਿੱਚ ਪੁੱਤਰ ਦਾ ਜਨਮ ਹੋਵੇ, ਉਸ ਵੇਲੇ ਕੀ ਸੰਸਕਾਰ ਹੁੰਦੇ ਨੇ, ਪੁੱਤਰੀ ਦਾ ਜਨਮ ਹੋਵੇ ਕੀ ਸੰਸਕਾਰ ਹੁੰਦੇ ਨੇ। ਤੇ ਬੜਾ ਪਿਆਰਾ ਬਚਨ ਉਹ ਕਹਿੰਦੇ, ਜਿਸ ਵੇਲੇ ਘਰ ਵਿੱਚ ਬਾਲਕ ਦਾ ਜਨਮ ਹੋਵੇ ਤੇ ਇਹ ਨਾ ਜਾਣੇ ਕਿ ਮੇਰਾ ਬਾਲਕ ਹੈ, ਮੇਰਾ ਬੱਚਾ ਹੈ, ਇਹ ਜਾਣੇ ਕਿ ਇਹਦੇ ਨਾਲ ਮੇਰਾ ਸੰਬੰਧ ਕੇਵਲ ਸਿੱਖੀ ਦਾ ਹੈ।
ਗੁਰਸਿੱਖੀ ਦਾ ਇਹਦੇ ਨਾਲ ਮੇਰਾ ਸੰਬੰਧ ਹੈ, ਹੋਰ ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਕੇਵਲ ਗੁਰਸਿੱਖੀ ਦਾ ਸੰਬੰਧ ਹੈ। ਇਹ ਨਾ ਜਾਣੇ ਕਿ ਮੇਰਾ ਬੱਚਾ ਮੇਰਾ ਬਾਲਕ ਹੈ, ਇਹ ਜਾਣੇ ਗੁਰੂ का ਸਿੱਖ ਹੈ ਔਰ ਇਹਦੇ ਨਾਲ ਮੇਰਾ ਜਿਹੜਾ ਸੰਬੰਧ ਆ ਉਹ ਗੁਰੂ की ਸਿੱਖੀ ਕਰਕੇ ਹੈ। यानी कि ममता ते अहंग भाव तो इतना उच्चा उठ जाए। तो जो असी अपना समझिया होया वास्तविक रूप विच वो सब बेगाने ने, जो अपना है वो असी बेगाना कीता होया। इस करके सतगुरु चेते कराउंदे ने अपने स्वामी नूं सिमरो, जो साडा अपना है, जो साडा निज आप है, साडे अंदर बैठा विराजमान है, जो साडा निज आप है, उसनूं सिमरो। सिमरो सिमर सिमर सुख पावो, कल कलेस तन माहे मिटावो। उसनूं सिमरो, उसदा चिंतन करो। सगल कटा का अंतर जामी, फिर वो संसार दे समस्त घटां दे अंदर दी जानन वाला अंतरजामी, उस तो कुछ लुकिया नहीं होया, छुपिया नहीं होया। सब घटां दी, घट नाम साडे शरीरां दा है, साडे घटां दे अंदर साडे हिरदियां विच साडियां मनां च की चलदा है, सतगुरु जी अंतरजामी जानदे ने। प्रभ मेरा अंतरजामी जान, घट घट के अंतर की जानत। अंतरजामी सब कुछ जान है, सब दियां अंदरां दी बुझण वाले सतगुरु जी अंतरजामी हैं। असी जो संकल्प करना हुंदा है, सानू नहीं पता कि साडे अंदर ये फुरना है। उस फुरने दे फुरन तो पहला ही सतगुरु जानदे ने इन्हें हुणे फुरना करना। ऐसे अंतरजामी सब दियां दिलां दियां बुझण वाले जाने जान हन, उन्हां तो कुछ भी लुकिया जां छिपिया नहीं होया। इस करके जान लो गुरमुखो कि दुनिया दे हर एक व्यक्ति कोलों असीं अपने माड़े भैड़े कर्म छुपा सकते हाँ, अपने मंद कर्म छुपा सकते हाँ, पर वो स्वामी जो साडे अंदर बैठा, साडे अंदर दी जानन वाला है, ਉਹਦੇ ਤੋਂ ਅਸੀਂ ਕੁਝ ਵੀ नहीं लुका सकते। वो अंतरजामी। हाँ जी। रहाऊ चरण कमल स्यों लागी प्रीत, वाहिगुरु परमेश्वर दे जो पवित्र चरण कमल हन, निरंकार दे चरण कमल, वाहिगुरु दे पवित्र चरण कमलां दे नाल मेरे हिरदे च प्रीत लगी हुई है। प्रीत, गुरु चरना दी प्रीत सच्ची प्रीत है और दवल्ली प्रीत है। जे सिख प्रीत करदा ते गुरु सिख नालों उस सिख नालों दुगनी प्रीत करदा, चार गुणी प्रीत करदा। ये दवल्ली प्रीत है। जे गुर सिख प्रीत नाल एक पैर पुट के गुरु वल वधदा है ते सतगुरु उस सिख दे प्रेम च करोड़ां कदम वध के उस वल आउंदे हैं। तो मेरे साहब दे ऐसे जो पवित्र चरण कमल हन, उन्हां नाल मेरी प्रीत लगी हुई है। संत प्रसाद साची पूरन निर्मल रीत, यही सच्ची रीत है और यही पूर्ण मर्यादा है। दुनिया में अगर कोई सब तो निर्मल ते पवित्र मर्यादा है तो वो मर्यादा है गुरु दे चरण कमलां दी प्रीत। ये पूर्ण मर्यादा, ये पूर्ण रीत है। ਇਹਦੇ ਵਿੱਚ ਕਿਸੇ भी प्रकार की ऊणताई नहीं है। संत प्रसाद वसै मन माही, जदों संत जना दा प्रसाद किरपा हुंदी,
ਸੰਤ ਜਨਾਂ ਦੀ ਦਇਆ ਹੁੰਦੀ ਉਹਨਾਂ ਦੀ ਸੰਗਤ ਕਰਦਿਆਂ ਤਾਂ ਸੰਤ ਜਨਾਂ ਦੇ ਪ੍ਰਸਾਦ ਨਾਲ, ਕਿਰਪਾ ਨਾਲ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਹੈ ਉਹ ਮਨ ਵਿੱਚ, ਹਿਰਦੇ ਵਿੱਚ ਆ ਕੇ ਵਸਦਾ। ਸੰਤ ਪ੍ਰਸਾਦ, ਸੰਤ ਜਨਾਂ ਦੀ ਕਿਰਪਾ ਨਾਲ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੀ ਪ੍ਰੀਤ ਇਸ ਮਨ ਵਿੱਚ ਆ ਕੇ ਵਸਦੀ ਹੈ। ਜਨਮ ਜਨਮ ਕੀ ਕਿਲ ਵਿਖ ਜਾਹੀ। ਜਦੋਂ ਨਿਰੰਕਾਰ ਦੀ ਪ੍ਰੀਤ ਔਰ ਉਹਦਾ ਅੰਮ੍ਰਿਤ ਨਾਮ ਮਨ ਵਿੱਚ ਆ ਕੇ ਵਸਦਾ ਹੈ ਤਾਂ ਉਹਦੇ ਨਾਮ ਦੀ ਬਰਕਤ ਇਹ ਹੈ ਕਿ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ, ਕਿਲ ਵਿਖ ਉਹ ਹਿਰਦੇ ਵਿੱਚੋਂ ਦੂਰ ਹੋ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਨੇ। ਸੰਤ ਜਨਾਂ ਦੀ ਕਿਰਪਾ ਨਾਲ ਜਦੋਂ ਹਿਰਦੇ 'ਚ ਨਾਮ ਵਸਦਾ ਹੈ ਤਾਂ ਉਸ ਨਾਮ ਦੇ ਹਿਰਦੇ 'ਚ ਵਸਣ ਦੀ ਬਰਕਤ ਇਹ ਹੈ ਕਿ ਹਿਰਦੇ ਵਿੱਚ ਜੋ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਕਿਲ ਵਿਖ ਨੇ, ਕਿਲ ਵਿਖ ਦਾ ਮਤਲਬ ਹੁੰਦਾ ਵੀ ਜਿਹੜੇ ਪਾਪ ਜਾਣ ਬੁੱਝ ਕੇ ਤੇ ਮਿੱਥ ਕੇ ਕੀਤੇ ਜਾਣ ਉਹਨੂੰ ਕਿਲ ਵਿਖ ਕਹਿੰਦੇ ਨੇ। ਔਰ ਐਸੇ ਕਿਲ ਵਿਖ ਪਿਛਲੇ ਜਨਮਾਂ ਵਿੱਚ ਜੋ ਅਸੀਂ ਕੀਤੇ ਹਨ ਉਹ ਸਾਡੇ ਅੰਤਸ਼ਕਰਣ ਦੇ ਵਿੱਚ ਜਮ੍ਹਾਂ ਪਏ, ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਹਨ। ਉਹ ਜੋ ਸੰਚਿਤ ਕਰਮ ਨੇ ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਭਜਨ ਦੁਆਰਾ ਕੱਟੇ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਤਾਂ ਜੋ ਦੁਬਾਰਾ ਉੱਗ ਨਾ ਸਕਣ। ਬੀਜ ਹੈ ਉਹ ਸੜ ਜਾਂਦਾ, ਭੁੰਨਿਆ ਜਾਂਦਾ, ਉਹ ਮੁੜ ਕੇ ਫਲ ਨਹੀਂ ਦੇ ਸਕਦਾ। ਜਿਹੜਾ ਬੀਜ ਭੁੰਨ ਦਿੱਤਾ ਜਾਏ ਉਹ ਭੁੰਨਿਆ ਹੋਇਆ ਬੀਜ ਉੱਗਦਾ ਨਹੀਂ। ਤੋ ਜਿਤਨੇ ਕਿਲ ਵਿਖ ਨੇ ਉਹ ਸਾਰੇ ਕਿਲ ਵਿਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਭਜਨ ਦੁਆਰਾ, ਨਿਰੰਕਾਰ ਦੀ ਬੰਦਗੀ ਦੁਆਰਾ ਕੱਟੇ ਗਏ, ਨਿਰਵਿਰਤ ਹੋ ਗਏ। ਕਰ ਕਿਰਪਾ ਪ੍ਰਭ ਦੀਨ ਦਇਆਲਾ। ਇਹ ਦੀਨਾਂ ਤੇ ਦਇਆ ਕਰਨ ਵਾਲੇ ਦਇਆਲ ਪ੍ਰਭੂ ਸਾਡੇ ਤੇ ਕਿਰਪਾ ਕਰੋ। ਦੀਨਾਂ ਤੇ ਭੈ ਸੰਯੁਕਤ ਡਰੇ ਹੋਏ ਲੋਕਾਂ ਤੇ ਤੁਸੀਂ ਦਇਆ ਕਰਦੇ, ਤਰਸ ਕਰਦੇ ਹੋ। ਜਿਹੜਾ ਡਰਿਆ ਹੋਇਆ ਉਹਦੇ ਤੇ ਰਹਿਮ ਕਰਦੇ ਹੋ। ਡਰੇ ਹੋਏ ਆਏ ਸਨ ਪੰਡਤ ਨੌਵੇਂ ਪਾਤਸ਼ਾਹ ਦੀ ਸ਼ਰਨ 'ਚ, ਸਤਿਗੁਰਾਂ ਨੇ ਤਰਸ ਕੀਤਾ। ਮਹਾਰਾਜ ਤੁਸੀਂ ਦੀਨਾਂ ਤੇ, ਡਰਿਆ ਹੋਇਆਂ ਤੇ, ਸਹਿਮਿਆ ਹੋਇਆਂ ਤੇ ਆਪਣਾ ਤਰਸ ਕਰਨ ਵਾਲੇ ਹੋ, ਦਇਆ ਕਰਨ ਵਾਲੇ ਹੋ। ਹੇ ਦੀਨਾਂ ਤੇ ਦਇਆ ਕਰਨ ਵਾਲੇ ਦਿਆਲ ਪ੍ਰਭੂ ਸਾਡੇ ਤੇ ਆਪਣੀ ਕਿਰਪਾ ਕਰੋ। ਨਾਨਕ ਮੰਗੈ ਸੰਤ ਰਵਾਲਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਕਹਿੰਦੇ ਮੈਨੂੰ ਕੀ ਚਾਹੀਦਾ ਮਹਾਰਾਜ ਤੁਹਾਡੀ ਦਇਆ ਨਾਲ? ਤੁਸੀਂ ਦਇਆ ਕਰੋ, ਮੈਂ ਤੁਹਾਡੇ ਕੋਲੋਂ ਮੰਗਦਾ ਹਾਂ ਕਿ ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਰਵਾਲ ਧੂੜੀ ਪ੍ਰਦਾਨ ਕਰੋ, ਸਾਧੂਆਂ ਦੇ ਚਰਨਾਂ ਦੀ ਖਾਕ ਬਖਸ਼ੋ। ਇਹ ਦਾਨ ਮਹਾਰਾਜ ਜੀ ਮੈਂ ਤੁਹਾਡੇ ਪਵਿੱਤਰ ਚਰਨ ਕਮਲਾਂ ਵਿੱਚੋਂ ਮੰਗਦਾ ਹਾਂ।